ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 6ਵਾਂ। ਸੰਤ ਭਿੰਡਰਾਂਵਾਲੇ ਦੀ ਮੌਤ ਦੀ ਖਬਰ ਨੂੰ ਖਾਸ ਕਰਕੇ ਬੜੇ ਹੀ ਬਦਨੀਤੇ ਢੰਗ ਨਾਲ ਨਸ਼ਰ ਕੀਤਾ ਗਿਆ। ਇੱਕ ਕਹਾਣੀ ਇਹ ਧਮਾਈ ਗਈ ਕਿ ਉਹ ਫੌਜ ਦੀ ਗੋਲੀ ਨਾਲ ਨਹੀਂ ਮਰਿਆ, ਬਲਕਿ ਲੜਾਈ ਦੇ ਆਖਰੀ ਦੌਰ ਸਮੇਂ ਅਕਾਲ ਤਖਤ ਦੇ ਅੰਦਰ ਖਾੜਕੂ ਗੁੱਟਾਂ ਦੀ ਆਪਸ ਵਿੱਚ ਖੜਕ ਪਈ ਅਤੇ ਸੰਤ ਭਿੰਡਰਾਂਵਾਲੇ ਦੇ ਵਿਰੋਧੀ ਖਾੜਕੂ ਗੁੱਟ ਬੱਬਰ ਖਾਲਸਾ ਦੇ ਕੁਝ ਲੋਕਾਂ ਨੇ ਹੀ ਉਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਹ ਕਹਾਣੀ ਇੰਨੀ ਝੂਠੀ ਤੇ ਬੇਬੁਨਿਆਦ ਸੀ ਕਿ ਇਹ ਕੁਝ ਦਿਨ ਵੀ ਨਾ ਚੱਲ ਸਕੀ। ਫਿਰ ਸੰਤ ਜਰਨੈਲ ਸਿੰਘ ਵੱਲੋਂ ਨਿਰਾਸ਼ਤਾ ਵਸ ਆਤਮ ਹੱਤਿਆ ਕਰ ਲੈਣ ਦਾ ਝੂਠ ਰੇੜਿਆ ਗਿਆ, ਪਰ ਇਸ ਦੇ ਵੀ ਉੱਕਾ ਹੀ ਪੈਰ ਨਾ ਹੋਣ ਕਰਕੇ ਇਹ ਥਾਂ ਹੀ ਠੁੱਸ ਹੋ ਕੇ ਰਹਿ ਗਈ। ਅਖੀਰ ਵਿੱਚ ਸਰਕਾਰੀ ਤੌਰ ਤੇ ਇਹ ਬਿਆਨ ਦਿੱਤਾ ਗਿਆ ਕਿ ਫੌਜ ਜਦ ਅਕਾਲ ਤਖਤ ਦੇ ਤਹਿਖਾਨੇ ਅੰਦਰ ਦਾਖਲ ਹੋਈ ਤਾਂ ਉੱਥੇ ਸੰਤ ਭਿੰਡਰਾਂਵਾਲੇ ਤੇ ਭਾਈ ਅਮਰੀਕ ਸਿੰਘ ਨੂੰ ਮੁਰਦਾ ਪਾਇਆ ਗਿਆ। ਇਸ ਤਰ੍ਹਾਂ ਲੜਾਈ ਦੇ ਆਖਰੀ ਪਲਾਂ ਦੌਰਾਨ ਸੰਤ ਭਿੰਡਰਾਂਵਾਲੇ ਵੱਲੋਂ ਦਿਖਾਈ ਕਮਾਲ ਦੀ ਬਹਾਦਰੀ ਤੇ ਕੁਰਬਾਨੀ ਦੇ ਜਜ਼ਬੇ ਨੂੰ ਜਾਣ ਬੁੱਝ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਹ ਪੂਰਾ ਯਤਨ ਕੀਤਾ ਗਿਆ ਕਿ ਆਖਰੀ ਪਲਾਂ ਦੌਰਾਨ ਹੋਈ ਗਹਿ ਗਚਵੀਂ ਲੜਾਈ ਬਾਰੇ ਕੋਈ ਵੀ ਤੱਥ ਤੇ ਵੇਰਵਾ ਫੌਜੀ ਤੇ ਸਰਕਾਰੀ ਭੇਦ ਦੇ ਪਰਦਿਆਂ ਦੀਆਂ ਵਿਰਲਾਂ ਚੋਂ ਬਾਹਰ ਨਾ ਨਿਕਲ ਜਾਵੇ। ਇਤਿਹਾਸ ਦੇ ਅੰਦਰ ਹਮੇਸ਼ਾ ਹੀ ਇੰਜ ਹੁੰਦਾ ਆਇਆ ਹੈ। ਜਰਵਾਣੀਆਂ ਤੇ ਜਾਬਰ ਰਾਜਸ਼ਾਹੀਆਂ ਨੇ ਹਮੇਸ਼ਾ ਹੀ ਹਰ ਸੁੱਚੀ ਤੇ ਵੱਡੀ ਸ਼ਹਾਦਤ ਦੀ ਚਮਕ ਨੂੰ ਕਾਲੇ ਪਰਦਿਆਂ ਨਾਲ ਢੱਕਣ ਦੀ ਕੋਸ਼ਿਸ਼ ਕੀਤੀ ਹੈ। ਇਸ ਡਰੋਂ ਕਿ ਮਤਾਂ ਲੋਕ ਇਸ ਸ਼ਹੀਦੀ ਤੋਂ ਪ੍ਰੇਰਨਾ ਲੈ ਕੇ ਜਾਬਰ ਰਾਜਸ਼ਾਹੀ ਵਿਰੁੱਧ ਵੱਡੀ ਬਗਾਵਤ ਉੱਤੇ ਉਤਾਰੂ ਹੋ ਜਾਣ। ਇੱਕ ਹੋਰ ਝੂਠੀ ਤੇ ਗੁੰਮਰਾਹ ਕਰੂ ਅਫਵਾਹ ਇਹ ਫੈਲਾਈ ਗਈ ਕਿ ਸੰਤ ਭਿੰਡਰਾਂਵਾਲੇ ਨੇ ਆਖਰੀ ਮੌਕੇ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਹੋਰਨਾਂ ਨਰਮ ਪੱਥੀ ਅਕਾਲੀ ਆਗੂਆਂ ਨੂੰ ਮਾਰ ਮੁਕਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਇਸ ਮਕਸਦ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਝ ਸੀਨੀਅਰ ਆਗੂਆਂ ਦੀ ਉਚੇਚੀ ਡਿਊਟੀ ਲਾਈ ਗਈ ਸੀ। ਦੋਨੋਂ ਸੰਤਾਂ ਦੇ ਆਪਸੀ ਖਿੱਚੋਤਾਣ ਵਾਲੇ ਸਬੰਧਾਂ ਦੇ ਤੱਥ ਨੇ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਝ ਸਰਕਰਦਾ ਆਗੂਆਂ ਵੱਲੋਂ ਲੜਾਈ ਦੇ ਆਖਰੀ ਪਲਾਂ ਅੰਦਰ ਆਪਣੀ ਜਾਨ ਬਖਸ਼ੀ ਲਈ ਸੰਤ ਲੌਂਗੋਵਾਲ ਦੇ ਕਮਰੇ ਵਿੱਚ ਜਾ ਕੇ ਸ਼ਰਨ ਲੈਣ ਦੇ ਅਣਕਿਆਸੇ ਅਮਲ ਨੇ ਕੁਝ ਵਰਗਾਂ ਅੰਦਰ ਇਸ ਅਫਵਾਹ ਦੇ ਸੱਚਾ ਹੋਣ ਦਾ ਥੋੜਾ ਭਰਮ ਪੈਦਾ ਕਰ ਦਿੱਤਾ ਸੀ। ਭਾਵੇਂ ਪਿੱਛੋਂ ਜਾ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੀ ਰਿਹਾਈ ਮਾਰਚ 1985 ਤੋਂ ਬਾਅਦ ਕੁਲਦੀਪ ਨਈਅਰ ਨਾਲ ਇੱਕ ਪ੍ਰੈਸ ਮਿਲਣੀ ਦੇ ਦੌਰਾਨ ਇਸ ਝੂਠ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਦਿੱਤਾ ਸੀ ਅਤੇ ਇਸ ਨੂੰ ਸਰਕਾਰੀ ਏਜੰਸੀਆਂ ਖਾਸ ਕਰਕੇ ਰਾਹ ਦੀ ਸਿੱਖਾਂ ਅੰਦਰ ਆਪਸੀ ਪਾਟਕ ਪਾਉਣ ਦੀ ਇੱਕ ਬਦਨੀਤੀ ਚਾਲ ਕਹਿ ਕੇ ਭੰਡਿਆ ਸੀ। ਪਰ ਫਿਰ ਵੀ ਮੀਡੀਏ ਵੱਲੋਂ ਇਹ ਗੱਲ ਵਾਰ-ਵਾਰ ਦੁਹਰਾਈ ਜਾਂਦੀ ਰਹੀ, ਅਜੇ ਤੱਕ ਵੀ ਦੁਹਰਾਈ ਜਾ ਰਹੀ ਹੈ। ਇਸ ਪਿੱਛੇ ਜ਼ਾਹਰਾ ਮੰਤਵ ਸਿੱਖ ਕੌਮ ਅੰਦਰ ਆਪਸੀ ਬੇਵਿਸ਼ਵਾਸੀ ਤੇ ਨਾ ਇਤਫਾਕੀ ਨੂੰ ਹਵਾ ਦੇਣਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਿੱਖ ਕੌਮ ਦੇ ਸਰਬ ਸਾਂਝੇ ਸ਼ਹੀਦ ਤੇ ਨਾਇਕ ਵਜੋਂ ਮਹਿਮਾ ਸਥਾਪਿਤ ਹੋਣ ਦੇ ਡਰ ਤੋਂ ਛੁਟਕਾਰਾ ਪਾਉਣਾ ਹੈ। ਧਰਮ ਯੁੱਧ ਮੋਰਚੇ ਦੇ ਸਮੁੱਚੇ ਅਮਲ ਦੌਰਾਨ ਹੀ ਇਹ ਗੱਲ ਰੜਕਵੇਂ ਰੂਪ ਵਿੱਚ ਦੇਖਣ ਵਿੱਚ ਆਈ ਕਿ ਹਿੰਦੂ ਪੱਤਰਕਾਰਾਂ ਵੱਲੋਂ ਦੋਨਾਂ ਸੰਤਾਂ ਦੇ ਆਪਸੀ ਵਿਰੋਧਾਂ ਨੂੰ ਹਮੇਸ਼ਾ ਹੀ ਉਛਾਲਣ ਤੇ ਹਵਾ ਦੇਣ ਵਿੱਚ ਵਿਸ਼ੇਸ਼ ਰੁਚੀ ਪ੍ਰਗਟਾਈ ਜਾਂਦੀ ਰਹੀ। ਸੰਤ ਜਰਨੈਲ ਸਿੰਘ ਹਿੰਦੂ ਪੱਤਰਕਾਰਾਂ ਦੀ ਇਸ ਨੀਤ ਤੇ ਚਾਲ ਤੋਂ ਚੰਗੀ ਤਰ੍ਹਾਂ ਵਾਕਿਫ ਤੇ ਚੌਕੰਨੇ ਸਨ। ਇਸ ਕਰਕੇ
ਲੌਂਗੋਵਾਲ ਧੜੇ ਦੀਆਂ ਕੁਝ ਬੇਹੱਦ ਭੜਕਾਊ ਹਰਕਤਾਂ ਦੇ ਬਾਵਜੂਦ ਵੀ ਉਹਨਾਂ ਸੰਤ ਲੌਂਗੋਵਾਲ ਦੇ ਖਿਲਾਫ ਕੋਈ ਮਾੜਾ ਬਚਨ ਕਹਿਣ ਤੋਂ ਲਗਾਤਾਰ ਗੁਰੇਜ਼ ਕਰੀ ਰੱਖਿਆ। ਇਸ ਕਰਕੇ ਨਹੀਂ ਕਿ ਉਹਨਾਂ ਦੇ ਮਨ ਅੰਦਰ ਸੰਤ ਲੌਂਗੋਵਾਲ ਪ੍ਰਤੀ ਕੋਈ ਔਖ ਜਾਂ ਕੁੜੱਤਣ ਨਹੀਂ ਸੀ। ਅਸਲ ਕਾਰਨ ਇਹ ਸੀ ਕਿ ਉਹ ਸਿੱਖ ਸੰਘਰਸ਼ ਨੂੰ ਕਿਸੇ ਵੀ ਤਰ੍ਹਾਂ ਢਾਹ ਨਹੀਂ ਸਨ ਲੱਗਣ ਦੇਣਾ ਚਾਹੁੰਦੇ। ਉਹਨਾਂ ਆਖਰੀ ਸਵਾਸਾਂ ਤੱਕ ਆਪਣਾ ਇਹ ਧੀਰਜ ਤੇ ਸੰਜਮ ਬਣਾਈ ਰੱਖਿਆ। 3 ਜੂਨ ਦੀ ਸ਼ਾਮ ਨੂੰ ਜਦ ਫੌਜ ਦੁਆਰਾ ਦਰਬਾਰ ਸਾਹਿਬ ਉੱਤੇ ਹਮਲੇ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਤਾਂ ਉਸ ਵੇਲੇ ਸੁਭਾਸ਼ ਕਿਰਪੇਕਰ ਟਾਈਮਜ਼ ਆਫ ਇੰਡੀਆ ਤੇ 2 ਹੋਰਨਾਂ ਪੱਤਰਕਾਰਾਂ ਨਾਲ ਆਪਣੀ ਆਖਰੀ ਪ੍ਰੈਸ ਮਿਲਣੀ ਮੌਕੇ ਪੱਤਰਕਾਰਾਂ ਵੱਲੋਂ ਜ਼ੋਰ ਨਾਲ ਤੇ ਵਾਰ-ਵਾਰ ਪੁੱਛਣ ਦੇ ਬਾਵਜੂਦ ਸੰਤ ਜਰਨੈਲ ਸਿੰਘ ਨੇ ਅਕਾਲੀ ਲੀਡਰਸ਼ਿਪ ਬਾਰੇ ਕੋਈ ਵੀ ਚੰਗਾ ਨਾ ਮੰਦਾ ਲਫ਼ਜ਼ ਬੋਲਣ ਤੋਂ ਦ੍ਰਿੜਤਾ ਨਾਲ ਇਨਕਾਰ ਕਰੀ ਰੱਖਿਆ। ਧਰਮ ਯੁੱਧ ਮੋਰਚੇ ਦੇ ਸਮੁੱਚੇ ਅਮਲ ਦੌਰਾਨ ਸੰਤ ਭਿੰਡਰਾਂਵਾਲੇ ਦੁਆਰਾ ਪ੍ਰਗਟਾਏ ਗਏ ਵਤੀਰੇ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਅਜਿਹਾ ਕੋਈ ਵੀ ਕਦਮ ਜਿਸ ਨਾਲ ਸਿੱਖ ਸੰਘਰਸ਼ ਨੂੰ ਢਾਹ ਲੱਗਦੀ ਹੋਵੇ ਚੁੱਕਣ ਤੋਂ ਪੂਰਾ ਸੰਕੋਚ ਕਰਦੇ ਰਹੇ ਸਨ। ਉਹ ਆਪਣੇ ਗਰਮ ਮਿਜਾਜ ਸਮਰਥਕਾਂ ਨੂੰ ਲਗਾਤਾਰ ਇਹ ਗੱਲੋਂ ਖਬਰਦਾਰ ਕਰਦੇ ਰਹੇ ਸਨ ਕਿ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਦਾ ਆਪਸ ਵਿੱਚ ਖੂਨ ਡੁੱਲੇ, ਪਰ ਅਸੀਂ ਸਾਰਿਆਂ ਨੇ ਰਲ ਕੇ ਚੱਲਣਾ ਹੈ, ਸਰਕਾਰ ਨੂੰ ਫੇਲ ਕਰਨਾ ਹੈ, ਗੁਲਾਮੀ ਸਿੱਖਾਂ ਦੇ ਗਲੋਂ ਲਾਉਣੀ ਹੈ। ਆਪਾਂ ਪੰਥ ਦੀ ਵਿਰੋਧਤਾ ਨਹੀਂ ਕਰਨੀ, ਪੰਥ ਦੀ ਡਟ ਕੇ ਮਦਦ ਕਰਨੀ ਹੈ, ਟੱਕਰ ਵਿਚਾਰਾਂ ਦੀ ਪੱਧਰ ਤੇ ਚਲਾਉਣੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਐਨ ਆਖਰੀ ਮੌਕੇ ਵੀ ਜਦ ਸੰਤ ਜਰਨੈਲ ਸਿੰਘ ਨੂੰ ਆਪਣੀ ਸ਼ਹਾਦਤ ਬਾਰੇ ਉੱਕਾ ਹੀ ਕੋਈ ਸ਼ੱਕ ਨਹੀਂ ਸੀ ਰਹਿ ਗਿਆ, ਉਹ ਦਰਬਾਰ ਸਾਹਿਬ ਸਮੂਹ ਅੰਦਰ ਮੌਜੂਦ ਪੰਥ ਦੇ ਦੋਨੋਂ ਪ੍ਰਮੁੱਖ ਆਗੂਆਂ ਹਰਚੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਵੱਲੋਂ ਸਿੱਖ ਸੰਘਰਸ਼ ਦੀ ਚੜ੍ਹਦੀ ਕਲਾ ਲਈ ਕੋਈ ਉਸਾਰੂ ਭੂਮਿਕਾ ਨਿਭਾ ਸਕਣ ਦੀਆਂ ਭਾਵਨਾਵਾਂ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰਦੇ ਰਹੇ। 4 ਤੇ 5 ਜੂਨ ਦੀ ਵਿਚਕਾਰਲੀ ਰਾਤ ਨੂੰ ਉਹਨਾਂ ਜਥੇਦਾਰ ਟੌੜਾ ਨਾਲ ਸਿੱਧੀ ਮੁਲਾਕਾਤ ਕਰਕੇ ਇਹ ਟੋਹਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅਕਾਲੀ ਲੀਡਰਸ਼ਿਪ ਦੇ ਤਿਲਾਂ ਵਿੱਚ ਤੇਲ ਦੀ ਕੋਈ ਗੁੰਜਾਇਸ਼ ਹੈ ਜਾਂ ਨਹੀਂ। ਇਹਨਾਂ ਅਕਾਲੀ ਆਗੂਆਂ ਨੂੰ ਕਤਲ ਕਰਨ ਦੇ ਕਿਸੇ ਖਿਆਲ ਜਾਂ ਯੋਜਨਾ ਦੇ ਉਲਟ ਆਪਣੀ ਜ਼ਿੰਦਗੀ ਦੀ ਆਖਰੀ ਰਾਤ ਵੀ ਉਹਨਾਂ ਨੇ ਆਪਣੇ ਅਸਿੱਧੇ ਸਪਨਕਾਂ ਦੇ ਜ਼ਰੀਏ ਇਹਨਾਂ ਆਗੂਆਂ ਨੂੰ ਸਿੱਖ ਸੰਘਰਸ਼ ਦੀ ਬਿਹਤਰੀ ਲਈ ਕੋਈ ਮਾਰਕੇ ਦਾ ਕਦਮ ਉਠਾਉਣ ਲਈ ਰਜ਼ਾਮੰਦ ਕਰ ਲੈਣ ਦੀ ਉਮੀਦ ਤੇ ਕੋਸ਼ਿਸ਼ ਦਾ ਪੱਲਾ ਨਹੀਂ ਸੀ ਛੱਡਿਆ। ਹਿੰਦੂ ਹਾਕਮ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਹ ਹਾਂਦਰੂ ਪੱਖ ਲੋਕਾਂ ਵਿੱਚ ਉਜਾਗਰ ਨਹੀਂ ਹੋਣ ਦੇਣਾ ਚਾਹੁੰਦੇ, ਕਿਉਂਕਿ ਇਸ ਨਾਲ ਉਹਨਾਂ ਦੀਆਂ ਸੰਤ ਭਿੰਡਰਾਂਵਾਲੇ ਨੂੰ ਇੱਕ ਆਦੀ ਹਥਿਆਰਾ ਬਣਾ ਕੇ ਪੇਸ਼ ਕਰਨ ਦੀਆਂ ਚਾਲਾਂ ਤੇ ਕੋਸ਼ਿਸ਼ਾਂ ਵਿੱਚ ਵਿਘਨ ਪੈਂਦਾ ਹੈ। ਇਹਨਾਂ ਰਾਸੀ ਝੂਠਾਂ ਤੋਂ ਇਲਾਵਾ ਮੀਡੀਏ ਵੱਲੋਂ ਕੁਝ ਬਹੁਤ ਹੀ ਨੀਵੇਂ ਤੇ ਹੋਛੀ ਕਿਸਮ ਦੇ ਝੂਠ ਫੈਲਾਉਣ ਦੀਆਂ ਘਟੀਆ ਹਰਕਤਾਂ ਕੀਤੀਆਂ ਗਈਆਂ। 14 ਜੂਨ ਨੂੰ ਵੀ ਇੱਕ ਸਰਕਾਰੀ ਖਬਰ ਏਜੰਸੀ PTI ਨੇ ਇੱਕ ਖਬਰ ਨਸ਼ਰ ਕੀਤੀ ਕਿ ਫੌਜ ਨੂੰ ਦਰਬਾਰ ਸਾਹਿਬ ਅੰਦਰੋਂ ਤਲਾਸ਼ੀ ਦੌਰਾਨ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਤੇ ਨਿਰੋਧ ਆਦਿ ਮਿਲੇ ਹਨ। ਦੇਸ਼ ਦੇ ਵੱਡੇ ਛੋਟੇ ਸਭਨਾ ਹਿੰਦੂ ਅਖਬਾਰਾਂ ਨੇ ਇਸ ਖਬਰ ਨੂੰ ਮੁੱਖ ਪੰਨੇ ਤੇ ਸੁਰਖੀਆਂ ਲਾ ਕੇ ਛਾਪਿਆ। ਇੱਕ ਹਫ਼ਤੇ ਬਾਅਦ ਜਾ ਕੇ ਫੌਜ ਨੇ ਇਸ ਖਬਰ ਦਾ ਖੁਦ ਹੀ ਖੰਡਨ ਕਰ ਦਿੱਤਾ, ਪਰ ਉਹਨਾਂ ਹੀ ਅਖਬਾਰਾਂ ਨੇ ਇਹ ਖੰਡਨ ਅੰਦਰਲੇ ਪੰਨਿਆਂ ਤੇ ਜਿੰਨਾ ਹੋ ਸਕਿਆ ਚਿਪਕਾ ਕੇ ਛਾਪਿਆ। ਸਿਰਲੇਖ ਫੌਰੀ ਪ੍ਰਤੀਕਰਮ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਿੱਖ ਮਨ ਦੀ ਡੂੰਘੀ ਸਮਝ ਸੀ। ਉਸ ਨੂੰ ਇਹ ਪੱਕਾ ਭਰੋਸਾ ਸੀ ਕਿ ਸਿੱਖ ਪੰਥ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨੂੰ ਚੁੱਪ ਕਰਕੇ ਬਰਦਾਸ਼ਤ ਨਹੀਂ ਕਰੇਗਾ। ਉਸ ਨੂੰ ਖਾਸ ਕਰਕੇ ਪੇਂਡੂ ਸਿੱਖ ਜਨਤਾ ਕੋਲੋਂ ਵੱਡੀਆਂ ਉਮੀਦਾਂ ਸਨ। ਉਸ ਦਾ ਵਿਸ਼ਵਾਸ ਸੀ ਕਿ ਪੇਂਡੂ ਸਿੱਖ ਜਨਤਾ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਖਬਰ ਸੁਣਦਿਆਂ ਹੀ ਤਿੱਖੇ ਰੋਚ ਆ ਜਾਵੇਗੀ ਅਤੇ ਆਪ ਮੁਹਾਰੇ ਦਰਬਾਰ ਸਾਹਿਬ ਵੱਲ ਵਹੀਰਾਂ ਘੱਤ ਲਵੇਗੀ। ਸੰਤ ਭਿੰਡਰਾਂਵਾਲੇ ਦੀਆਂ ਮਗਰਲੇ ਦੌਰ ਦੀਆਂ ਤਕਰੀਰਾਂ 'ਚੋਂ ਉਸ ਦੀਆਂ ਫੌਜੀ ਹਮਲੇ ਲਈ ਨਾ ਸਿਰਫ ਸੈਨਿਕ ਸਗੋਂ ਨਾਲ ਹੀ ਮਨੋਵਿਗਿਆਨਕ
ਤੇ ਰਾਜਨੀਤਿਕ ਤਿਆਰੀਆਂ ਦੀ ਸਾਫ਼ ਝਲਕ ਮਿਲ ਜਾਂਦੀ ਹੈ। ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਲੜਾਈ ਨਿਰੀ ਜੰਗ ਦੇ ਮੈਦਾਨ ਅੰਦਰ ਹੀ ਨਹੀਂ ਲੜੀ ਜਾਂਦੀ, ਇਹ ਬਰਾਬਰ ਰਾਜਨੀਤਿਕ ਤੇ ਮਨੋਵਿਗਿਆਨਕ ਪੱਧਰਾਂ ਤੇ ਵੀ ਲੜੀ ਜਾਂਦੀ ਹੈ। ਜਦ ਉਸਨੇ ਦੇਖਿਆ ਕਿ ਹਿੰਦੂ ਹਾਕਮਾਂ ਨੂੰ ਦੇਸ਼ ਅੰਦਰ ਆਪਣੀ ਭਾਰੂ ਗਿਣਤੀ, ਬਹੁ ਗਿਣਤੀ ਤੇ ਉੱਤਮ ਫੌਜੀ ਤਾਕਤ ਉੱਤੇ ਨਾ ਸਿਰਫ ਵਧਵਾ ਮਾਣ ਹੈ, ਸਗੋਂ ਉਹ ਸਿੱਖ ਕੌਮ ਨੂੰ ਭੈਭੀਤ ਕਰਨ ਲਈ ਇਹਨਾਂ ਪੱਖਾਂ ਦੀ ਮਨੋਵਿਗਿਆਨਕ ਹਥਿਆਰ ਦੇ ਰੂਪ ਵਿੱਚ ਵਰਤੋਂ ਕਰ ਰਹੇ ਹਨ, ਤਾਂ ਉਸ ਨੇ ਸਿੱਖ ਜਨਤਾ ਅੰਦਰ ਸੂਰਮਗਤੀ ਦਾ ਜਜ਼ਬਾ ਤੇ ਵਿਸ਼ਵਾਸ ਪੈਦਾ ਕਰਨ ਲਈ ਮੋੜਵੇਂ ਉਪਾਅ ਕਰਨੇ ਸ਼ੁਰੂ ਕਰ ਦਿੱਤੇ। ਉਸ ਨੇ ਸਿੱਖ ਜਨਤਾ ਨੂੰ ਕਈ ਮਹੀਨੇ ਪਹਿਲਾਂ ਹੀ ਦੁਸ਼ਮਣ ਦੀਆਂ ਚਾਲਾਂ ਤੇ ਖਤਰਿਆਂ ਬਾਰੇ ਖਬਰਦਾਰ ਕਰਨਾ ਅਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਸੂਰਤ ਵਿੱਚ ਮੋੜਵੇਂ ਕਰਮ ਬਾਰੇ ਮਾਨਸਿਕ ਤੇ ਰਾਜਸਿਕ ਪੱਧਰ ਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਕਿ ਜ਼ਿਕਰ ਹੋ ਚੁੱਕਾ ਹੈ, ਸੰਤ ਜਰਨੈਲ ਸਿੰਘ ਨੇ ਅਮਲ 'ਚੋਂ ਇਹ ਭਾਂਪ ਲਿਆ ਸੀ ਕਿ ਹਿੰਦੂ ਹਾਕਮ ਹੋਰ ਕਿਸੇ ਵੀ ਗੱਲ ਨਾਲੋਂ ਵੱਧ ਪੰਜਾਬ ਅੰਦਰ ਹਿੰਦੂ ਵਰਗ ਦੇ ਕਤਲਾਂ ਦੀ ਸਭ ਤੋਂ ਜ਼ਿਆਦਾ ਚੋਭ ਮੰਨਦੇ ਹਨ। ਇਸ ਕਰਕੇ ਹਿੰਦੂ ਵਰਗ ਦੇ ਕਤਲਾਂ ਦੀ ਨੀਤੀ ਦਾ ਵਰਜਕ ਦੇ ਰੂਪ ਵਿੱਚ ਇਸਤੇਮਾਲ ਕਰਨ ਦੀ ਧਾਰਨਾ ਉਹਨਾਂ ਦੇ ਮਨ ਨੂੰ ਜੱਚ ਗਈ ਹੋਈ ਸੀ। ਉਹ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਹਿੰਦੂ ਜਾਂ ਫਿਰਕੂ ਹਾਕਮਾਂ ਦੇ ਵਹਿਸ਼ੀ ਜ਼ੁਲਮਾਂ ਤੋਂ ਬਚਣ ਲਈ ਸਿੱਖਾਂ ਵੱਲੋਂ ਬਚਾਓ ਦੇ ਇਸ ਹਥਿਆਰ ਦੀ ਵਰਤੋਂ ਕਰਨੀ ਨੈਤਿਕ ਦ੍ਰਿਸ਼ਟੀ ਤੋਂ ਅਣਉਚਿਤ ਨਹੀਂ ਠਹਿਰਾਈ ਜਾ ਸਕਦੀ। ਉਹਨਾਂ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਸੂਰਤ ਵਿੱਚ ਇਸ ਸਵੈ ਰੱਖਿਆ ਦੇ ਹਥਿਆਰ ਨੂੰ ਵਿਆਪਕ ਪੈਮਾਨੇ ਉੱਤੇ ਵਰਤਣ ਦਾ ਮਨ ਬਣਾ ਲਿਆ ਹੋਇਆ ਸੀ। ਉਹਨਾਂ ਸਿੱਖ ਸੰਗਤਾਂ ਨੂੰ ਇਸ ਸੰਬੰਧੀ ਅਗਾਊਂ ਹੀ ਸੰਕੇਤ ਦੇ ਤੇ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ ਹੋਏ ਸਨ। ਉਹਨਾਂ ਦਾ ਸਪਸ਼ਟ ਆਦੇਸ਼ ਸੀ ਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਖਬਰ ਸੁਣ ਕੇ ਅੰਮ੍ਰਿਤਸਰ ਵੱਲ ਵਹੀਰਾਂ ਘੱਤਣ ਦੀ ਕੋਈ ਲੋੜ ਨਹੀਂ, ਬਲਕਿ ਆਪੋ ਆਪਣੀਆਂ ਥਾਵਾਂ ਤੇ ਨਿਸ਼ਾਨੇ ਮਿੱਥ ਕੇ ਹਮਲੇ ਕਰਨ ਤੋਂ ਨਹੀਂ ਉਕਣਾ। ਪਰ ਹਕੀਕਤ ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਉਪਰੰਤ ਸਿੱਖ ਜਨਤਾ ਦੁਆਰਾ ਆਮ ਰੂਪ ਵਿੱਚ ਪ੍ਰਗਟਾਇਆ ਗਿਆ ਪ੍ਰਤੀਕਰਮ ਹਕੀਕੀ ਅਰਥਾਂ ਵਿੱਚ ਲਿਆ ਸੰਤ ਭਿੰਡਰਾਂਵਾਲੇ ਦੇ ਇਸ ਆਦੇਸ਼ ਦੇ ਅਨੁਸਾਰੀ ਨਹੀਂ ਸੀ। ਸੰਤ ਭਿੰਡਰਾਂਵਾਲੇ ਵੱਲੋਂ ਲੱਖ ਮਨਾ ਕਰਨ ਦੇ ਬਾਵਜੂਦ ਸਿੱਖ ਜਨਤਾ ਨੇ ਅੰਮ੍ਰਿਤਸਰ ਵੱਲ ਵਹੀਰਾਂ ਘੱਤ ਲੈਣ ਦੇ ਸੁੱਤੇ ਸਿੱਧ ਪ੍ਰਤੀਕਰਮ ਨੂੰ ਹੀ ਤਰਜੀਹ ਦਿੱਤੀ। ਦਰਬਾਰ ਸਾਹਿਬ ਦੀ ਘੇਰਾਬੰਦੀ ਦੀ ਖਬਰ ਸੁਣਦਿਆਂ ਹੀ ਅੰਮ੍ਰਿਤਸਰ ਦੇ ਨੇੜਲੇ ਪਿੰਡਾਂ 'ਚੋਂ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਕਰੜੀਆਂ ਸਰਕਾਰੀ ਬੰਦਿਸ਼ਾਂ ਤੇ ਰੋਕਾਂ ਦੇ ਬਾਵਜੂਦ ਕੁਝ ਥਾਵਾਂ ਤੇ ਗੋਲਵੜ, ਰਾਜਾ ਸਾਂਸੀ, ਤਰਨਤਾਰਨ, ਅਜਨਾਲਾ, ਨਵਾਂਕੋਟ ਆਦਿ ਸਿੱਖਾਂ ਨੇ ਵੱਡੇ ਕਾਫਲੇ ਬਣਾ ਕੇ ਅੰਮ੍ਰਿਤਸਰ ਵੱਲ ਵਧਣ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ। ਅੰਮ੍ਰਿਤਸਰ ਤੋਂ ਦੂਰ ਦੁਰਾਡੇ ਥਾਵਾਂ ਜਿੱਥੇ ਹਰੀਕੇ ਪੱਤਣ, ਬਟਾਲਾ, ਗੁਰਦਾਸਪੁਰ ਆਦਿ ਤੋਂ ਵੀ ਸਿੱਖਾਂ ਵੱਲੋਂ ਆਪ ਮੁਹਾਰੇ ਹੀ ਘਰਾਂ ਚੋਂ ਨਿਕਲ ਕੇ ਪੈਦਲ ਹੀ ਅੰਮ੍ਰਿਤਸਰ ਵੱਲ ਚਾਲੇ ਪਾ ਦੇਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਇਹਨਾਂ ਕਾਫਲਿਆਂ ਨੂੰ ਡੱਕਣ ਲਈ ਫੌਜ ਨੇ ਤਾਕਤ ਦੀ ਅੰਨੀ ਵਰਤੋਂ ਕੀਤੀ। ਕਈ ਥਾਵਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਵੱਡੀ ਗਿਣਤੀ 'ਚ ਸਿੱਖ ਹਲਾਕ ਕਰ ਦਿੱਤੇ ਗਏ। ਕੁਝ ਥਾਵਾਂ ਤੇ ਸਿੱਖ ਕਾਫਲਿਆਂ ਦੀ ਨਿਸ਼ਾਨਦੇਹੀ ਕਰਨ ਲਈ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਗਈ। ਅਲੱਗ-ਅਲੱਗ ਥਾਵਾਂ ਤੇ ਫੌਜ ਦੀ ਗੋਲੀ ਨਾਲ 100 ਤੋਂ ਉੱਪਰ ਸਿੱਖ ਹਲਾਕ ਹੋ ਗਏ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ। ਇਹ ਗੱਲ ਪੱਕੀ ਹੈ ਕਿ ਜੇਕਰ ਸਰਕਾਰੀ ਇੰਤਜ਼ਾਮ ਇੰਨੇ ਸਖਤ ਨਾ ਹੁੰਦੇ ਤਾਂ ਇਹ ਪ੍ਰਤੀਕਰਮ ਕਿਤੇ ਵਿਆਪਕ ਪੈਮਾਨੇ ਤੇ ਹੋਣਾ ਸੀ ਅਤੇ ਫੌਜ ਲਈ ਸਿੱਖ ਜਨਤਾ ਦੇ ਰੋਹ ਨੂੰ ਡੱਕ ਕੇ ਰੱਖ ਸਕਣਾ ਨਾਮੁਮਕਿਨ ਹੋ ਜਾਣਾ ਸੀ। ਅਸਲ ਵਿੱਚ ਸਰਕਾਰ ਨੇ ਅਜਿਹੇ ਪ੍ਰਤੀਕਰਮ ਨੂੰ ਪਹਿਲਾਂ ਹੀ ਧਿਆਨ ਵਿੱਚ ਰੱਖਦਿਆਂ ਹੋਇਆਂ ਅਗਾਊਂ ਹੀ ਕਰੜੀਆਂ ਪੇਸ਼ਬੰਦੀਆਂ ਕਰ ਰੱਖੀਆਂ ਹੋਈਆਂ ਸਨ। ਫੌਜੀ ਕਾਰਵਾਈ ਦਾ ਘੇਰਾ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਤੱਕ ਹੀ ਸੀਮਿਤ ਨਹੀਂ ਸੀ। ਪੰਜਾਬ ਅੰਦਰ 70 ਤੋਂ ਵੱਧ ਗੁਰਦੁਆਰਿਆਂ, ਜਿਨ੍ਹਾਂ ਚੋਂ 34 ਇਤਿਹਾਸਕ ਸਨ, ਉੱਤੇ ਅਜਿਹਾ ਹੀ ਵਹਿਸ਼ੀ ਧਾਵਾ ਬੋਲਿਆ ਗਿਆ। ਪਟਿਆਲਾ, ਗੁਰਦੁਆਰਾ ਦੂਖ ਨਿਵਾਰਨ ਤੇ ਮੁਕਤਸਰ ਵਿਖੇ ਫੌਜੀ ਕਾਰਵਾਈ 'ਚ ਦਰਜਨਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਘਾਤ ਕਰ ਦਿੱਤਾ ਗਿਆ। ਇਕੱਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅੰਦਰ ਹੀ 4 ਦਰਜਨ ਤੋਂ ਵੀ ਵੱਧ ਸਿੱਖ ਸ਼ਰਧਾਲੂ ਕਤਲ ਕਰ ਦਿੱਤੇ ਗਏ। ਪੰਜਾਬ 'ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ, ਖਾਸ ਕਰਕੇ ਨੌਜਵਾਨ ਤੇ ਅੰਮ੍ਰਿਤਧਾਰੀ ਸਿੰਘ ਗ੍ਰਿਫਤਾਰ ਕਰ ਲਏ ਗਏ ਅਤੇ ਉਹਨਾਂ ਨੂੰ ਜਗ੍ਹਾ-ਜਗ੍ਹਾ
ਖੋਹਲੇ ਤਸੀਹੇ ਕੇਂਦਰਾਂ ਵਿੱਚ ਲਿਜਾ ਕੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਸਿੱਖ ਜਨਤਾ ਦੇ ਮਨਾਂ ਅੰਦਰ ਫੌਜੀ ਤਾਕਤ ਦਾ ਦਹਿਲ ਪੈਦਾ ਕਰਨ ਲਈ ਪਿੰਡਾਂ ਅੰਦਰ ਵੱਡੀ ਮਾਤਰਾ 'ਚ ਅਵਾਰਾ ਟੈਂਕ ਘੁਮਾਏ ਗਏ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਜਵਾਬ ਵਿੱਚ ਭਾਰੀ ਯੁੱਧ ਨੀਤਿਕ ਅਹਿਮੀਅਤ ਵਾਲਾ ਇੱਕ ਪ੍ਰਤੀਕਰਮ ਇਹ ਹੋਇਆ ਕਿ ਕਈ ਫੌਜੀ ਕੇਂਦਰਾਂ ਵਿੱਚ ਸਿੱਖ ਜਵਾਨਾਂ ਨੇ ਖੁੱਲ੍ਹੀ ਬਗਾਵਤ ਕਰ ਦਿੱਤੀ ਅਤੇ ਦਰਬਾਰ ਸਾਹਿਬ ਦੀ ਰੱਖਿਆ ਕਰਨ ਲਈ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਆਜ਼ਾਦ ਭਾਰਤ ਦੇ ਇਤਿਹਾਸ ਅੰਦਰ ਇਹ ਆਪਣੀ ਕਿਸਮ ਦੀ ਪਹਿਲੀ ਘਟਨਾ ਸੀ। ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਚਲਾਲਗੜ੍ਹ ਛਾਉਣੀ ਚੋਂ 300 ਦੇ ਕਰੀਬ ਸਿੱਖ ਜਵਾਨ 13 ਫੌਜੀ ਟਰੱਕਾਂ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਰਵਾਨਾ ਹੋ ਤੁਰੇ। ਸਿੱਖ ਰੈਜੀਮੈਂਟ ਦੇ ਰਾਮਗੜ੍ਹ ਬਿਹਾਰ ਸਿਖਲਾਈ ਕੇਂਦਰ ਦੇ ਸਿੱਖ ਜਵਾਨਾਂ ਨੇ ਜਦ ਅਕਾਲ ਤਖਤ ਦੇ ਢੱਠ ਜਾਣ ਦੀ ਖਬਰ ਸੁਣੀ ਤਾਂ ਉਹ ਆਪਣੇ ਧਾਰਮਿਕ ਜਜ਼ਬਾਤਾਂ ਨੂੰ ਕਾਬੂ ਨਾ ਰੱਖ ਸਕੇ। 9 ਜੂਨ ਦੀ ਰਾਤ ਨੂੰ ਉਹਨਾਂ ਜਬਰੀ ਅਸਲਾਖਾਨਾ ਲੁੱਟ ਲਿਆ ਅਤੇ ਅਗਲੀ ਸਵੇਰ ਮੂੰਹ ਹਨੇਰੇ ਹੀ 1,500 ਦੇ ਕਰੀਬ ਸਿੱਖ ਰੰਗਰੂਟਾਂ ਨੇ ਟਰੱਕਾਂ, ਬੱਸਾਂ, ਜੀਪਾਂ ਇੱਥੋਂ ਤੱਕ ਕਿ ਟਾਂਗਿਆਂ ਰੇੜਿਆਂ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਰੋਜ਼ ਆਏ ਇਹਨਾਂ ਸਿੱਖਾਂ ਜਾਂ ਸਿੱਖ ਜਵਾਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਿੱਖ ਰੈਜੀਮੈਂਟ ਸੈਂਟਰ ਦੇ ਕਮਾਂਡੈਂਟ ਬ੍ਰਿਗੇਡੀਅਰ S.C. ਪੁਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸੇ ਤਰ੍ਹਾਂ ਪੂਨੇ ਤੋਂ ਵੀ 160 ਦੇ ਕਰੀਬ ਅਤੇ ਤ੍ਰਿਪੁਰਾ ਤੋਂ 200 ਸਿੱਖ ਜਵਾਨਾਂ ਨੇ ਬਗਾਵਤ ਦੇ ਝੰਡੇ ਬੁਲੰਦ ਕਰ ਦਿੱਤੇ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੀਆਂ ਕੁਝ ਛਾਉਣੀਆਂ ਅੰਦਰ ਵੀ ਬਗਾਵਤਾਂ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਹ ਪ੍ਰਤੀਕਰਮ ਆਪ ਮੁਹਾਰਾ ਤੇ ਅਣਵਿਉਂਤਿਆ ਹੋਣ ਕਰਕੇ ਸਾਰੀਆਂ ਹੀ ਬਾਗੀ ਟੁਕੜੀਆਂ ਰਾਹਾਂ ਵਿੱਚ ਹੀ ਘਿਰ ਗਈਆਂ। ਇਨ੍ਹਾਂ ਧਰਮੀ ਫੌਜੀਆਂ ਚੋਂ ਕਈਆਂ ਦੀ ਪੁਲਿਸ ਜਾਂ ਫੌਜ ਦੀਆਂ ਗੋਲੀਆਂ ਨਾਲ ਮੌਤ ਹੋ ਗਈ ਅਤੇ ਬਾਕੀ ਦੇ ਅੱਡ-ਅੱਡ ਥਾਵਾਂ ਤੋਂ ਗ੍ਰਿਫਤਾਰ ਕਰ ਲਏ ਗਏ। ਧਾਰਮਿਕ ਜਜ਼ਬਾਤਾਂ ਵਸ ਬਗਾਵਤ ਕਰਨ ਵਾਲੇ ਇਹਨਾਂ ਧਰਮੀ ਸਿੱਖ ਜਵਾਨਾਂ ਉੱਤੇ ਰਾਜ ਵਿਰੁੱਧ ਜੰਗ ਛੇੜਨ ਦੇ ਮੁਕੱਦਮੇ ਦਾਇਰ ਕੀਤੇ ਗਏ ਅਤੇ ਸਖਤ ਸਜ਼ਾਵਾਂ ਸੁਣਾਈਆਂ ਗਈਆਂ। ਸਰਕਾਰੀ ਅੰਕੜਿਆਂ ਮੁਤਾਬਕ 2,750 ਸਿੱਖ ਜਵਾਨਾਂ ਨੇ, ਪਰ ਗੈਰ ਸਰਕਾਰੀ ਰਿਪੋਰਟਾਂ ਅਨੁਸਾਰ 8,000 ਦੇ ਕਰੀਬ ਸਿੱਖ ਜਵਾਨਾਂ ਨੇ ਇਸ ਬਗਾਵਤ ਵਿੱਚ ਸਿੱਧੀ ਸ਼ਿਰਕਤ ਕੀਤੀ। ਸਰਕਾਰੀ ਪੱਖ ਮੁਤਾਬਕ ਇਹਨਾਂ ਚੋਂ 67 ਸਿੱਖ ਜਵਾਨ ਗੋਲੀਆਂ ਨਾਲ ਮਾਰ ਦਿੱਤੇ ਗਏ ਅਤੇ 30 ਦੇ ਕਰੀਬ ਲਾਪਤਾ ਕਰਾਰ ਦੇ ਦਿੱਤੇ ਗਏ। ਇਸ ਮਾਮਲੇ 'ਚ ਅਹਿਮ ਗੱਲ ਇਹ ਦੇਖਣ ਵਿੱਚ ਆਈ ਕਿ ਬਗਾਵਤ ਕਰਕੇ ਤੁਰੇ ਸਿੱਖ ਜਵਾਨਾਂ ਨੇ ਭਾਰੀ ਅਸਲੇ ਦੇ ਬਾਵਜੂਦ ਰਾਹ ਵਿੱਚ ਕਿਸੇ ਵੀ ਜਗ੍ਹਾ ਕਿਸੇ ਹਿੰਦੂ ਉੱਤੇ ਹਮਲਾ ਨਹੀਂ ਕੀਤਾ। ਇਹ ਜਵਾਨ ਮੁੱਖ ਤੌਰ ਤੇ ਪੰਜਾਬ ਦੇ ਪੇਂਡੂ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਸਨ। ਇਸ ਕਰਕੇ ਪੰਜਾਬ ਦੀ ਪੇਂਡੂ ਸਿੱਖ ਜਨਤਾ ਵਾਂਗ ਹੀ ਉਹਨਾਂ ਦਾ ਮੁਕਾਮ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਸੀ। ਦਰਬਾਰ ਸਾਹਿਬ ਦੀ ਰੱਖਿਆ ਲਈ ਉਹ ਸਿੱਧਾ ਉੱਥੇ ਪਹੁੰਚਣਾ ਚਾਹੁੰਦੇ ਸਨ। ਇਸ ਗੱਲ ਤੋਂ ਵੀ ਇਹੀ ਤੱਥ ਸਾਬਤ ਹੁੰਦਾ ਹੈ ਕਿ ਸੰਤ ਜਰਨੈਲ ਸਿੰਘ ਦੀ ਹਿੰਦੂਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਉਣ ਵਾਲੀ ਸੇਧ ਸਿੱਖ ਜਨਤਾ ਦੇ ਮਨਾਂ ਨੂੰ ਬਹੁਤੀ ਨਹੀਂ ਸੀ ਭਾਈ। ਇਸ ਦੇ ਕਈ ਕਾਰਨ ਗਿਣਾਏ ਜਾ ਸਕਦੇ ਹਨ। ਸਭ ਤੋਂ ਮੁੱਖ ਗੱਲ ਇਹ ਕਿ ਆਮ ਸਿੱਖ ਜਨਤਾ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਲਈ ਭਾਰਤ ਦੀ ਹਿੰਦੂ ਸਰਕਾਰ ਨੂੰ ਹੀ ਕਸੂਰਵਾਰ ਮੰਨ ਕੇ ਚੱਲ ਰਹੀ ਸੀ। ਪੰਜਾਬ ਦੀ ਸ਼ਹਿਰੀ ਹਿੰਦੂ ਜਨਤਾ ਵੱਲੋਂ ਫੌਜ ਦੀ ਖੁੱਲ੍ਹ ਕੇ ਮਦਦ ਕਰਨ ਅਤੇ ਦਰਬਾਰ ਸਾਹਿਬ ਉੱਤੇ ਕਬਜ਼ੇ ਦੇ ਜਸ਼ਨ ਮਨਾਉਣ ਵਰਗੀਆਂ ਦਿਲ ਦੁਖਾਊ ਕਾਰਵਾਈਆਂ ਦੇ ਬਾਵਜੂਦ ਸਿੱਖ ਮਨ ਆਮ ਰੂਪ ਵਿੱਚ ਹੀ ਹਿੰਦੂ ਵਰਗ ਨੂੰ ਦੁਸ਼ਮਣ ਮਿੱਥ ਲੈਣ ਲਈ ਤਿਆਰ ਨਹੀਂ ਸੀ ਹੋਇਆ। ਸਿੱਖ ਮਨ ਨੇ ਜਿਸ ਕਦਰ ਮੁਸਲਮਾਨਾਂ ਨੂੰ ਗੈਰ ਤੇ ਸਿੱਖ ਦੋਖੀ ਤਸੱਵਰ ਕਰ ਲਿਆ ਹੋਇਆ ਹੈ, ਉਸ ਤਰ੍ਹਾਂ ਹਿੰਦੂਆਂ ਨੂੰ ਨਹੀਂ ਕੀਤਾ ਹੋਇਆ। ਕਾਰਨ ਇਹ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਲੈ ਕੇ 1947 ਦੇ ਬਟਵਾਰੇ ਤੱਕ ਸਿੱਖ ਪੰਥ ਦੀ ਮੁਸਲਿਮ ਵਰਗ ਨਾਲ ਕਿਸੇ ਨਾ ਕਿਸੇ ਸ਼ਕਲ ਵਿੱਚ ਲਗਾਤਾਰ ਟੱਕਰ ਤੇ ਖਿੱਚੋਤਾਣ ਚੱਲਦੀ ਰਹੀ ਹੈ। 3 ਸਦੀਆਂ ਤੋਂ ਵੀ ਵੱਧ ਲੰਮੇ ਸਮੇਂ ਤੱਕ ਸਿੱਖ ਪਛਾਣ ਦੇ ਨਕਸ਼ ਮੁੱਖ ਰੂਪ ਵਿੱਚ ਮੁਸਲਿਮ ਵਿਰੋਧੀ ਟੱਕਰ ਚੋਂ ਹੀ ਘੜੇ ਤਰਾਸ਼ੇ ਜਾਂਦੇ ਰਹੇ ਹਨ। ਇਸ ਕਰਕੇ ਸਿੱਖ ਮਨ ਅੰਦਰ ਆਮ ਰੂਪ ਵਿੱਚ ਹੀ ਮੁਸਲਿਮ ਵਿਰੋਧੀ ਭਾਵ ਗਹਿਰੀਆਂ ਜੜ੍ਹਾਂ ਫੜ ਗਏ ਹਨ। ਜੇਕਰ ਇਹ ਗੱਲ ਨਾ ਹੁੰਦੀ ਤਾਂ 1947 ਵਿੱਚ ਮੁਸਲਿਮ ਸਿੱਖ ਦੰਗਿਆਂ ਨੇ ਇੰਨੀ ਘਿਨਾਉਣੀ
ਸ਼ਕਲ ਕਦਾਚਿਤ ਅਖਤਿਆਰ ਨਹੀਂ ਸੀ ਕਰਨੀ। ਉਸ ਵੇਲੇ ਸਿੱਖ ਜਨਤਾ ਨੇ ਮੁਸਲਮਾਨਾਂ ਦੇ ਕਿਸੇ ਵਰਗ ਵਿਸ਼ੇਸ਼ ਨੂੰ ਨਹੀਂ, ਸਗੋਂ ਸਾਲਮ ਮੁਸਲਿਮ ਵਰਗ ਨੂੰ ਹੀ ਦੋਸ਼ੀ ਤੇ ਦੁਸ਼ਮਣ ਮੰਨ ਕੇ ਵਿਆਪਕ ਪੱਧਰ ਤੇ ਫਿਰਕੂ ਕਤਲੇਆਮ ਵਿੱਚ ਸਿੱਧਾ ਹਿੱਸਾ ਲਿਆ। ਮੁਸਲਮਾਨਾਂ ਦੀ ਹਰ ਭੜਕਾਹਟ ਦਾ ਜਵਾਬ ਉਸੇ ਤਰ੍ਹਾਂ ਦੀ ਮੋੜਵੀਂ ਭਾਜੀ ਰਾਹੀਂ ਦਿੱਤਾ ਗਿਆ। ਮਾਸੂਮ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਗਿਆ। ਮੁਸਲਮਾਨਾਂ ਹੱਥੋਂ ਸਿੱਖ ਔਰਤਾਂ ਦੀ ਬੇਇੱਜ਼ਤੀ ਦਾ ਜਵਾਬ ਮੁਸਲਿਮ ਔਰਤਾਂ ਨਾਲ ਬਰਾਬਰ ਜਬਰ ਜਨਾਹ ਵਿੱਚ ਦਿੱਤਾ ਗਿਆ। ਉਸ ਘੜੀ ਸਿੱਖ ਜਨਤਾ ਦੇ ਸਿਰ ਉੱਤੇ ਬਦਲੇ ਤੇ ਦੁਸ਼ਮਣੀ ਦਾ ਭੂਤ ਇਸ ਕਦਰ ਸਵਾਰ ਹੋ ਗਿਆ ਸੀ ਕਿ ਉਸ ਨੂੰ ਸਿੱਖੀ ਦੇ ਅਸੂਲਾਂ, ਨੈਤਿਕ ਮਾਨਤਾਵਾਂ ਤੇ ਸਦਾਚਾਰਕ ਮਿਆਰਾਂ ਦੀ ਕੋਈ ਸੁੱਧ ਬੁੱਧ ਨਹੀਂ ਸੀ ਰਹੀ। ਸੋ ਇਸ ਸੰਦਰਭ ਵਿੱਚ ਦੇਖਿਆ ਇਹ ਕਹਿਣਾ ਜਾਂ ਮੰਨਣਾ ਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਉਪਰੰਤ ਸਿੱਖ ਜਨਤਾ ਵੱਲੋਂ ਸੰਤ ਜਰਨੈਲ ਸਿੰਘ ਦੇ ਹਿੰਦੂਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਉਣ ਦੇ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਦੀ ਵਜ੍ਹਾ ਸਿੱਖ ਜਨਤਾ ਦੀ ਆਪਣੀਆਂ ਧਾਰਮਿਕ ਮਾਨਤਾਵਾਂ ਤੇ ਰਵਾਇਤਾਂ ਨਾਲ ਹੰਢਣਸਾਰ ਪ੍ਰਤੀਬੱਧਤਾ ਹੈ, ਬਹੁਤਾ ਠੀਕ ਨਹੀਂ ਲੱਗਦਾ। ਇਹ ਗੱਲ ਵੀ ਦਰੁਸਤ ਨਹੀਂ ਕਿ 1947 ਵਿੱਚ ਮੁਸਲਮਾਨਾਂ ਦੀਆਂ ਜ਼ਿਆਦਤੀਆਂ ਦੀ ਤੁਲਨਾ ਵਿੱਚ 1984 ਵਿੱਚ ਹਿੰਦੂਆਂ ਦੀਆਂ ਵਧੀਕੀਆਂ ਆਕਾਰ ਤੇ ਖਾਸੇ ਪੱਖੋਂ ਉਨੀਆਂ ਦਿਲ ਦੁਖਾਵੀਆਂ ਨਹੀਂ ਸਨ। ਕੋਈ ਵੀ ਸਿੱਖ ਜੇ ਉਸ ਦੀ ਧਾਰਮਿਕ ਸੰਵੇਦਨਸ਼ੀਲਤਾ ਬਿਲਕੁਲ ਹੀ ਜਵਾਬ ਨਾ ਦੇ ਗਈ ਹੋਵੇ, ਇਹ ਗੱਲ ਮੰਨਣ ਲਈ ਤਿਆਰ ਨਹੀਂ ਹੋਵੇਗਾ। ਅਸਲ ਗੱਲ ਇਹ ਹੈ ਕਿ ਭਾਵੇਂ ਸਿੱਖਾਂ ਵੱਲੋਂ ਜਾਂ ਵੱਧ ਠੀਕ ਕਹਿਣਾ ਹੋਵੇ ਤਾਂ ਸਿੱਖ ਪੰਥ ਦੇ ਚੇਤਨ ਵਰਗਾਂ ਵੱਲੋਂ ਰਸਮੀ ਤੌਰ ਤੇ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਇਹ ਮਤ ਵਾਰ-ਵਾਰ ਦੁਹਰਾਇਆ ਜਾਂਦਾ ਆ ਰਿਹਾ ਹੈ ਕਿ ਸਿੱਖ ਹਿੰਦੂ ਨਹੀਂ ਹਨ, ਜਾਂ ਇਹ ਕਿ ਸਿੱਖ ਧਰਮ ਇੱਕ ਨਿਆਰਾ ਤੇ ਸੁਤੰਤਰ ਧਰਮ ਹੈ। ਪਰ ਹਕੀਕਤ ਇਹ ਹੈ ਕਿ ਸਿੱਖ ਮਾਨੇ ਉੱਤੇ ਹਿੰਦੂ ਧਰਮ, ਸੰਸਕ੍ਰਿਤੀ ਤੇ ਸਮਾਜ ਨਾਲ ਅਟੁੱਟ ਸਾਂਝਾਂ ਦਾ ਵਿਚਾਰ ਤੇ ਜਜ਼ਬਾ ਲਗਾਤਾਰ ਆਪਣਾ ਭਾਰੂ ਅਸਰ ਕਾਇਮ ਰੱਖ ਰਿਹਾ ਹੈ। ਇਸ ਕਰਕੇ ਆਮ ਸਿੱਖ ਜਨਤਾ ਜਿੰਨੀ ਮੁਸਲਮਾਨਾਂ ਨਾਲੋਂ ਨਖੇੜੇ ਬਾਰੇ ਸਪਸ਼ਟ ਤੇ ਇੱਕ ਚਿੱਤ ਹੈ, ਉਹ ਹਿੰਦੂਆਂ ਦੇ ਮਾਮਲੇ 'ਚ ਓਨੀ ਹੀ ਘਚੋਲੇ ਤੇ ਦੋਚਤੀ 'ਚ ਗ੍ਰਸੀ ਹੋਈ ਹੈ। ਸਿੰਘ ਸਭਾ ਲਹਿਰ ਸਿੱਖ ਪੰਥ ਦੇ ਸਿਰਫ ਛੋਟੇ ਜਿਹੇ ਬੌਧਿਕ ਵਰਗ ਦੇ ਅੰਦਰ ਹੀ ਨਵੀਂ ਚੇਤਨਾ ਦੀ ਜਾਗ ਪੈਦਾ ਕਰਨ 'ਚ ਸਫਲ ਹੋ ਸਕੀ ਸੀ। ਆਮ ਸਿੱਖ ਜਨਤਾ ਇਸ ਵਿਚਾਰਧਾਰਕ ਅਸਰ ਤੋਂ ਅਣਭਿੱਜ ਹੀ ਰਹੀ। ਉਸ ਤੋਂ ਬਾਅਦ ਸਿੱਖ ਲੀਡਰਸ਼ਿਪ ਨੂੰ ਜੇਕਰ ਕਦੇ ਹਿੰਦੂ ਆਗੂਆਂ ਜਾਂ ਹਾਕਮਾਂ ਦੀਆਂ ਵਧੀਕੀਆਂ ਤੇ ਬੇਇਨਸਾਫੀਆਂ ਵਿਰੁੱਧ ਸੰਘਰਸ਼ ਵੀ ਕਰਨਾ ਪਿਆ ਤਾਂ ਉਹ ਉਸ ਨਾਲੋਂ ਵੀ ਦੂਣੇ ਜ਼ੋਰ ਤੇ ਜੋਸ਼ ਨਾਲ ਹਿੰਦੂ ਸਿੱਖ ਏਕਤਾ ਦਾ ਨਾਅਰਾ ਲਾਉਣ ਤੋਂ ਨਹੀਂ ਖੁੰਝੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਾਜਸੀ ਦ੍ਰਿਸ਼ ਤੇ ਉੱਭਰ ਆਉਣ ਤੱਕ ਇਹ ਸਿਲਸਿਲਾ ਦਹਾਕਿਆਂ ਬੱਧੀ ਲਗਾਤਾਰ ਚੱਲਦਾ ਰਿਹਾ। ਇਸ ਨੇ ਸਿੱਖ ਚੇਤਨਾ ਉੱਤੇ ਆਪਣੇ ਬਹੁਤ ਹੀ ਗੂੜੇ ਤੇ ਚੀੜੇ ਨਿਸ਼ਾਨ ਛੱਡ ਦਿੱਤੇ ਹੋਏ ਹਨ। ਸੋ ਇਸ ਵਜ੍ਹਾ ਕਰਕੇ ਚਿਰਾਂ ਤੋਂ ਵਗਦੇ ਆ ਰਹੇ ਇਸ ਵਿਚਾਰਧਾਰਕ ਵਹਿਣ ਦਾ ਮੂੰਹ ਇੱਕਦਮ ਉਲਟੀ ਦਿਸ਼ਾ 'ਚ ਭੁਆ ਦੇਣਾ ਇੰਨਾ ਸੌਖਾ ਨਹੀਂ ਸੀ। ਬਹੁਤ ਸਾਰੀਆਂ ਘਟਨਾਵਾਂ ਸਨ ਜਿਨ੍ਹਾਂ ਨੇ ਸਿੱਖਾਂ ਦੇ ਮਨਾਂ ਅੰਦਰ ਹਿੰਦੂਆਂ ਪ੍ਰਤੀ ਰੰਜਿਸ਼ ਜ਼ਰੂਰ ਪੈਦਾ ਕੀਤੀ, ਪਰ ਇਹ ਜ਼ਿਆਦਾ ਕਰਕੇ ਵਕਤੀ ਤੇ ਕੱਚਾ ਉਬਾਲ ਹੀ ਸੀ। ਇਸ ਨਾਲ ਸਿੱਖ ਚੇਤਨਾ ਅੰਦਰ ਪੱਕਾ ਤੇ ਹੰਢਣਸਾਰ ਬਦਲਾਅ ਨਹੀਂ ਸੀ ਆਇਆ। ਆਮ ਸਿੱਖ ਜਨਤਾ ਨੇ ਸਮੇਤ ਬੌਧਿਕ ਸਿੱਖ ਵਰਗ ਦੇ ਸੰਤ ਭਿੰਡਰਾਂਵਾਲੇ ਦੇ ਇਸ ਨਿਰਦੇਸ਼ ਨੂੰ ਵੱਧ ਨੈਤਿਕ ਦ੍ਰਿਸ਼ਟੀ ਤੋਂ ਹੀ ਦੇਖਿਆ। ਇਸ ਦੀ ਰਾਜਨੀਤਿਕ ਵਿਆਕਰਣ ਉਹਨਾਂ ਦੇ ਗੇੜ ਵਿੱਚ ਨਹੀਂ ਆਈ। ਵੈਸੇ ਬਾਅਦ ਵਿੱਚ ਜਾ ਕੇ ਜਦ ਇੰਦਰਾ ਗਾਂਧੀ ਦੇ ਕਤਲ ਉਪਰੰਤ ਹਿੰਸਕ ਹਿੰਦੂ ਭੀੜਾਂ ਵੱਲੋਂ ਦਿੱਲੀ ਤੇ ਹੋਰਨਾਂ ਸ਼ਹਿਰਾਂ ਅੰਦਰ ਸਿੱਖ ਭਾਈਚਾਰੇ ਦਾ ਵਿਆਪਕ ਪੱਧਰ ਤੇ ਕਤਲੇਆਮ ਰਚਿਆ ਜਾ ਚੁੱਕਾ ਸੀ ਅਤੇ ਪੰਜਾਬ ਦੇ ਅੰਦਰ ਸਿੱਖਾਂ ਉੱਤੇ ਹਕੂਮਤੀ ਜ਼ਬਰ ਸਾਰੇ ਹੱਦਾਂ ਬੰਨੇ ਟੱਪ ਗਿਆ ਸੀ, ਉਦੋਂ ਵੀ ਸਿੱਖ ਖਾੜਕੂਆਂ ਵੱਲੋਂ ਕ੍ਰੋਧ ਤੇ ਬਦਲੇ ਦੀ ਭਾਵਨਾ ਨਾਲ ਆਮ ਰੂਪ ਵਿੱਚ ਹਿੰਦੂ ਵਰਗ ਨੂੰ ਹਮਲੇ ਦਾ ਨਿਸ਼ਾਨਾ ਬਣਾਉਣ ਦੀ ਰਣਨੀਤੀ ਨੂੰ ਨਾ ਸਿਰਫ ਹਿੰਦੂ ਹਾਕਮਾਂ ਨੇ ਬਹੁਤਾ ਨਹੀਂ ਗੌਲਿਆ, ਸਗੋਂ ਸਿੱਖ ਭਾਈਚਾਰੇ ਨੇ ਵੀ ਇਸ ਨੂੰ ਕੋਈ ਬਹੁਤਾ ਪਸੰਦ ਨਹੀਂ ਕੀਤਾ, ਜਿਸ ਨਾਲ ਇਸ ਰਣਨੀਤੀ ਦੀ ਨਿਰਾਰਥਕ ਉਗੜ ਕੇ ਸਾਹਮਣੇ ਆ ਗਈ। ਸਿਰਲੇਖ
ਦੂਰ ਰਸ ਸਿੱਟੇ। ਸੰਤ ਜਰਨੈਲ ਸਿੰਘ ਨੇ ਜੋ ਅਤੇ ਜਿਵੇਂ ਚਾਹਿਆ ਸੀ, ਭਾਵੇਂ ਐਨ ਉਸੇ ਤਰ੍ਹਾਂ ਦਾ ਤਾਂ ਕੁਝ ਨਾ ਵਾਪਰਿਆ, ਪਰ ਫਿਰ ਵੀ ਪੰਜਾਬ ਦੀ, ਜਾਂ ਇਹ ਕਹਿ ਲਵੋ ਕਿ ਦੇਸ਼ ਦੀ ਹੀ ਸਮਾਜੀ ਰਾਜਨੀਤਿਕ ਸਥਿਤੀ ਅੰਦਰ ਇੱਕ ਵੱਡੀ ਤੇ ਸੀਮਤ ਅਰਥਾਂ ਵਿੱਚ ਸਿਫਤੀ ਤਬਦੀਲੀ ਜ਼ਰੂਰ ਵਾਪਰ ਗਈ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ ਨਤੀਜੇ ਵਜੋਂ ਇਤਿਹਾਸ ਅੰਦਰ ਪਹਿਲੀ ਵਾਰ ਹਿੰਦੂਆਂ ਤੇ ਸਿੱਖਾਂ ਵਿਚਕਾਰ ਵਿਰੋਧ ਤੇ ਨਖੇੜੇ ਦੀ ਇੱਕ ਗੂੜੀ ਲੀਕ ਵਾਹੀ ਗਈ। ਭਾਵੇਂ ਸਿੱਖਾਂ ਨੇ ਹਿੰਦੂਆਂ ਉੱਤੇ ਹਿੰਸਕ ਹਮਲੇ ਕਰਨ ਤੋਂ ਤਾਂ ਸੰਕੋਚ ਕਰੀ ਰੱਖਿਆ, ਪਰ ਉਹਨਾਂ ਦੇ ਮਨਾਂ ਅੰਦਰ ਹਿੰਦੂ ਵਰਗ ਪ੍ਰਤੀ ਰੋਸ ਤੇ ਗੁੱਸੇ ਦੀਆਂ ਤੀਬਰ ਭਾਵਨਾਵਾਂ ਜ਼ਰੂਰ ਪੈਦਾ ਹੋ ਗਈਆਂ। ਇਸ ਤੱਥ ਨੂੰ ਲਗਭਗ ਹਰ ਲੇਖਕ ਤੇ ਟਿੱਪਣੀਕਾਰ ਨੇ ਝੱਕ ਰੂਪ ਵਿੱਚ ਮੰਨਿਆ। ਕੁਲਦੀਪ ਨਈਅਰ ਨੇ ਫੌਜੀ ਹਮਲੇ ਦੇ ਝੱਟ ਬਾਅਦ ਪੰਜਾਬ ਦਾ ਦੌਰਾ ਕਰਨ ਤੋਂ ਬਾਅਦ ਇਹ ਪ੍ਰਭਾਵ ਨੋਟ ਕੀਤਾ ਕਿ ਫੌਜੀ ਕਾਰਵਾਈ ਨੇ ਦੋਹਾਂ ਭਾਈਚਾਰਿਆਂ ਨੂੰ ਇਸ ਹੱਦ ਤੱਕ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਹੈ ਕਿ ਅੱਜ ਪੰਜਾਬ ਦੇ ਸਰਸਰੀ ਜਿਹੇ ਦੌਰੇ ਪਿੱਛੋਂ ਦੋਹਾਂ ਭਾਈਚਾਰਿਆਂ ਵਿਚਕਾਰ ਸਬੰਧਾਂ ਵਿਚਾਲੇ ਤਣਾਅ ਨੂੰ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖਾਂ ਦੇ ਦਿਲਾਂ ਵਿੱਚ ਦੁੱਖ ਤੇ ਬੇਦਲੀ ਦਾ ਭਾਵ ਇੰਨਾ ਡੂੰਘਾ ਹੈ ਕਿ ਉਹ ਸਮਝਣ ਲੱਗ ਪਏ ਹਨ ਕਿ ਉਹ ਇੱਕ ਪੀੜਤ ਤੇ ਮਜ਼ਲੂਮ ਘੱਟ ਗਿਣਤੀ ਹਨ। ਦੂਜੇ ਪਾਸੇ ਹਿੰਦੂਆਂ ਨੇ ਕਈ ਥਾਵੀਂ ਫੌਜੀ ਕਾਰਵਾਈ ਤੇ ਖੁਸ਼ੀ ਵੀ ਮਨਾਈ। ਸਰਦਾਰ ਖੁਸ਼ਵੰਤ ਸਿੰਘ ਨੇ ਇਹ ਪ੍ਰਭਾਵ ਹੋਰ ਵੀ ਵੱਧ ਖੁੱਲ੍ਹ ਕੇ ਪ੍ਰਗਟ ਕੀਤੇ। ਉਸਨੇ ਲਿਖਿਆ, ਜਦੋਂ ਮੈਂ ਆਪਰੇਸ਼ਨ ਬਲੂ ਸਟਾਰ ਤੋਂ ਇੱਕ ਪੰਦਰਵਾੜੇ ਪਿੱਛੋਂ ਅੰਮ੍ਰਿਤਸਰ ਗਿਆ ਤਾਂ ਸ਼ਾਮੀ ਮੈਂ ਆਪਣੇ ਹੋਟਲ ਦੇ ਕਮਰੇ ਵਿੱਚ ਅੰਮ੍ਰਿਤਸਰ ਦੇ ਕਈ ਸਿੱਖਾਂ ਤੇ ਹਿੰਦੂਆਂ ਨੂੰ ਮਿਲਿਆ। ਉਹਨਾਂ ਦੀਆਂ ਗੱਲਾਂ ਨੇ ਇਹ ਤੱਥ ਦੀ ਹੋਰ ਪੁਸ਼ਟੀ ਕੀਤੀ ਕਿ ਦੋਵਾਂ ਭਾਈਚਾਰਿਆਂ ਦੇ ਦਿਲਾਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਹਰਜਾ ਪਹੁੰਚਿਆ ਹੈ। ਸਿੱਖਾਂ ਦਾ ਗੁੱਸਾ ਵਧੇਰੇ ਕਰਕੇ ਹਿੰਦੂਆਂ ਉੱਤੇ ਸੀ ਕਿ ਉਹਨਾਂ ਨੇ ਲੱਡੂ ਵੰਡ ਕੇ ਅਕਾਲ ਤਖਤ ਦੀ ਤਬਾਹੀ ਉੱਤੇ ਖੁਸ਼ੀ ਮਨਾਈ ਹੈ। ਉਹਨਾਂ ਨੇ ਜਵਾਨਾਂ ਨੂੰ ਮਠਿਆਈਆਂ, ਸਿਗਰਟਾਂ ਤੇ ਸ਼ਰਾਬਾਂ ਪੇਸ਼ ਕੀਤੀਆਂ। ਉਹਨਾਂ ਨੂੰ ਇਹਦੀ ਉਕਾਈ ਪਰਵਾਹ ਨਹੀਂ ਕਿ ਸਾਡੇ ਮਨਾਂ ਦੀ ਹਾਲਤ ਕੀ ਹੈ। ਮੋਟਰ ਸਪੇਅਰ ਪਾਰਟ ਤਿਆਰ ਕਰਨ ਵਾਲੇ ਇੱਕ ਸਿੱਖ ਵਪਾਰੀ ਨੇ ਫੌਜੀ ਹਮਲੇ ਪਿੱਛੋਂ ਆਪਣੀ ਦਰਬਾਰ ਸਾਹਿਬ ਦੀ ਪਹਿਲੀ ਫੇਰੀ ਬਾਰੇ ਇਹ ਗੱਲ ਦੱਸੀ ਕਿ ਅਸੀਂ ਹਾਲ ਬਾਜ਼ਾਰ ਚੋਂ ਦੀ ਲੰਘ ਰਹੇ ਸਾਂ ਜਦੋਂ ਇੱਕ ਹਿੰਦੂ ਦੁਕਾਨਦਾਰ ਨੇ ਸਿਗਰਟਾਂ ਦੀ ਇੱਕ ਡੱਬੀ ਸਾਡੇ ਸਿਰਾਂ ਉੱਤੇ ਦੀ ਬਾਜ਼ਾਰ ਦੇ ਦੂਜੇ ਪਾਸੇ ਆਪਣੇ ਮਿੱਤਰਾਂ ਵੱਲ ਸੁੱਟੀ ਤੇ ਉੱਚੀ ਬੋਲ ਕੇ ਆਖਿਆ, ਇਹ ਸਿਗਰਟਾਂ ਦਾ ਨਵਾਂ ਬ੍ਰਾਂਡ ਹੈ, ਭਿੰਡਰਾਂਵਾਲਾ ਮਾਰਕਾ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦਾ ਇੱਕ ਹੋਰ ਮਹੱਤਵਪੂਰਨ ਰਾਜਸੀ ਅਸਰ ਇਹ ਪ੍ਰਗਟ ਹੋਇਆ ਕਿ ਸਿੱਖ ਸਮਾਜ ਦੀਆਂ ਉੱਪਰਲੀਆਂ ਕੁਲੀਨ ਪਰਤਾਂ ਦਾ ਭਾਰਤੀ ਰਾਜ ਤੋਂ ਮੋਹ ਭੰਗ ਹੋ ਗਿਆ। ਆਪਣੇ ਆਰਥਿਕ ਤੇ ਸਮਾਜੀ ਰੁਤਬੇ ਸਦਕਾ ਇਹ ਵਰਗ ਭਾਰਤ ਦੀ ਸਮਾਜੀ, ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਪ੍ਰਣਾਲੀ ਨਾਲ ਗੂੜੀ ਤਰ੍ਹਾਂ ਇੱਕਮਿਕ ਹੋਇਆ। ਜੂਨ 1984 ਤੱਕ ਭਾਰਤ ਅੰਦਰ ਪੂਰੀ ਤਰ੍ਹਾਂ ਸੰਤੁਸ਼ਟ ਤੇ ਪ੍ਰਸੰਨ ਚਿੱਤ ਹੋਣ ਦਾ ਪ੍ਰਭਾਵ ਦਿੰਦਾ ਰਿਹਾ। ਇਹ ਵਰਗ ਆਪਣੇ ਆਪ ਨੂੰ ਸਿੱਖ ਘੱਟ ਤੇ ਭਾਰਤੀ ਵੱਧ ਸਮਝਦਾ ਸੀ ਅਤੇ ਆਪਣੇ ਇਸ ਸੋਚ ਪ੍ਰਬੰਧ ਉੱਤੇ ਉਚੇਚਾ ਫਖਰ ਮਹਿਸੂਸ ਕਰਦਾ ਸੀ। ਆਪਣੇ ਆਪ ਨੂੰ ਹਿੰਦੂਆਂ ਨਾਲੋਂ ਵੀ ਵੱਧ ਕੇ ਦੇਸ਼ ਭਗਤ ਸਮਝਣਾ ਤੇ ਦਰਸਾਉਣਾ ਇਸ ਵਰਗ ਦਾ ਉਗੜਵਾਂ ਵਿਚਾਰਧਾਰਕ ਲੱਛਣ ਸੀ। ਇਹ ਵਰਗ ਆਮ ਕਰਕੇ ਹੀ ਆਪਣੇ ਆਪ ਨੂੰ ਸਿੱਖ ਪੰਥ ਦੀਆਂ ਧਾਰਮਿਕ ਤੇ ਰਾਜਸੀ ਮੰਗਾਂ ਨਾਲੋਂ ਨਾ ਸਿਰਫ ਅਲੱਗ ਰੱਖਦਾ ਸੀ, ਸਗੋਂ ਜ਼ਿਆਦਾਤਰ ਮੌਕਿਆਂ ਤੇ ਇਹਨਾਂ ਦਾ ਖੁੱਲ੍ਹਮ ਖੁੱਲ੍ਹਾ ਵਿਰੋਧ ਕਰਦਾ ਸੀ ਅਤੇ ਇਸ ਬਦਲੇ ਦੇਸ਼ ਦੇ ਹਿੰਦੂ ਵਰਗ ਦੀ ਵਾਹ ਖੱਟਦਾ ਸੀ। ਆਪਣੀ ਇਸ ਵਿਚਾਰਧਾਰਕ ਤਾਸੀਰ ਦੀ ਵਜ੍ਹਾ ਕਰਕੇ ਇਸ ਵਰਗ ਨਾਲ ਸੰਬੰਧਿਤ ਬਹੁਤ ਸਾਰੇ ਪਤਵੰਤੇ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨਫ਼ਰਤ ਦੀ ਹੱਦ ਤੱਕ ਨਾਪਸੰਦ ਕਰਦੇ ਸਨ ਅਤੇ ਉਸ ਦੇ ਵਿਚਾਰਾਂ ਅਤੇ ਸਰਗਰਮੀਆਂ ਦੀ ਖੁੱਲ੍ਹ ਕੇ ਨਿੰਦਿਆ ਪੜਚੋਲ ਕਰਦੇ ਸਨ। ਇਸ ਮਾਮਲੇ 'ਚ ਸਰਦਾਰ ਖੁਸ਼ਵੰਤ ਸਿੰਘ ਦਾ ਨੰਬਰ ਸਭ ਤੋਂ ਉੱਪਰ ਸੀ। ਭਾਰਤੀ ਹਾਕਮਾਂ ਦੁਆਰਾ ਹਰਿਮੰਦਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਨਾਲ ਇਸ ਵਰਗ ਦੇ ਵਿਸ਼ਵਾਸ ਨੂੰ ਭਾਰੀ ਝਟਕਾ ਲੱਗਾ ਅਤੇ ਇਸ ਅੰਦਰਲੇ ਵਧੇਰੇ ਸਵੈ ਅਭਿਮਾਨੀ
ਤੇ ਸੰਵੇਦਨਸ਼ੀਲ ਤੱਤਾਂ ਨੂੰ ਪਹਿਲੀ ਵਾਰੀ ਇਹ ਅਹਿਸਾਸ ਹੋਇਆ ਕਿ ਜਿਸ ਦੇਸ਼ ਨੂੰ ਉਹ ਹਿੰਦੂਆਂ ਨਾਲੋਂ ਵੀ ਵੱਧ ਕੇ ਆਪਣਾ ਸਮਝਦੇ ਰਹੇ ਅਤੇ ਜਿਸ ਦੇ ਪ੍ਰਤੀ ਅੰਨੀ ਸ਼ਰਧਾ ਤੋਂ ਕਦੇ ਅਕਾਲੀਆਂ ਨੂੰ ਤੇ ਕਦੇ ਸੰਤ ਭਿੰਡਰਾਂ ਵਾਲੇ ਨੂੰ ਮੂਰਖ ਤੇ ਜਾਹਲ ਦੱਸਣ ਤੱਕ ਜਾਂਦੇ ਰਹੇ, ਉਹ ਦੇਸ਼ ਅਸਲ ਦੇ ਵਿੱਚ ਹਿੰਦੂ ਭਾਰਤ ਹੀ ਸੀ। ਇਸ ਨੂੰ ਸੈਕੂਲਰ ਇੰਡੀਆ ਸਮਝ ਬੈਠਣਾ ਉਹਨਾਂ ਦੀ ਵੱਡੀ ਭੁੱਲ ਸੀ। ਇਸ ਬਾਰੇ ਸਰਦਾਰ ਖੁਸ਼ਵੰਤ ਸਿੰਘ ਦੇ ਆਪਣੇ ਦਿਲੀ ਭਾਵ ਜੋ ਹਨ ਉਹ ਅਗਲੇ ਭਾਗ ਵਿੱਚ ਪੜਾਂਗੇ ਜੀ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।